ਖਬਰਦਾਰ ਰਹੋ ਵੀ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ। Punjabi, it's very starting only one word, khabardar, khabardar. Lord giving the warning to the people. ਪ੍ਰਭੂ ਲੋਕਾਂ ਨੂੰ ਚੇਤਾਵਨੀ ਦੇ ਰਿਹਾ ਹੈ। ਪੰਜਾਬੀ ਦੇ ਵਿੱਚ ਸ਼ੁਰੂ ਦੇ ਵਿੱਚ ਇੱਕ ਸ਼ਬਦ ਕਿਹਾ ਗਿਆ, ਖਬਰਦਾਰ ਰਹੋ। If we won't care, if we won't careful in our life, we will suffer like anything. No man can deliver you. ਜੇਕਰ ਅਸੀਂ ਆਪਣੇ ਜੀਵਨ ਦੇ ਵਿੱਚ ਖਬਰਦਾਰ ਨਹੀਂ ਰਹਾਂਗੇ ਤਾਂ ਅਸੀਂ ਇੰਨੀ ਬੁਰੀ ਤਰ੍ਹਾਂ ਦੁੱਖ ਉਠਾਵਾਂਗੇ ਕਿ ਕੋਈ ਵੀ ਵਿਅਕਤੀ ਸਾਨੂੰ ਛੁਡਾ ਨਹੀਂ ਸਕੇਗਾ। This is a warning of the Lord Jesus Christ for his own people. ਇਹ ਪ੍ਰਭੂ ਯੀਸ਼ੂ ਮਸੀਹ ਦੇ ਵੱਲੋਂ ਉਸ ਦੇ ਆਪਣੇ ਲੋਕਾਂ ਦੇ ਲਈ ਚੇਤਾਵਨੀ ਹੈ। 34th verse says that so many people living in these days the same pattern. 34 ਵਚਨ ਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਦਿਨਾਂ ਵਿੱਚ ਬਹੁਤ ਸਾਰੇ ਲੋਕ ਇਸੇ ਨਮੂਨੇ ਦੇ ਅਨੁਸਾਰ ਜੀਵਨ ਬਤੀਤ ਕਰ ਰਹੇ ਹਨ, including workers and believers. ਸੇਵਕਾਂ ਤੇ ਵਿਸ਼ਵਾਸੀਆਂ ਸਮੇਤ। Read the 34 only. ਕੇਵਲ 34 ਵਚਨ ਪੜਾਂਗੇ। ਖਬਰਦਾਰ ਰਹੋ ਵੀ ਹੱਦੋਂ ਬਾਹਰ ਖਾਣ ਪੀਣ ਅਤੇ ਮਤਵਾਲੇ ਹੋਣ ਨਾਲ ਅਤੇ ਸੰਸਾਰ ਦੀਆਂ ਚਿੰਤਾ ਦੇ ਕਾਰਨ ਤੁਹਾਡੇ ਮਨ ਕਿਤੇ ਭਾਰੀ ਨਾ ਹੋ ਜਾਣ। This is happening everywhere. ਇਹ ਹਰੇਕ ਜਗ੍ਹਾ ਤੇ ਹੋ ਰਿਹਾ ਹੈ। Lord giving the warning. ਪ੍ਰਭੂ ਚੇਤਾਵਨੀ ਦੇ ਰਹੇ ਹਨ। Nowadays people eating and drinking and they are just drowsy, means they are unable to get up and pray in the presence of God. ਇਹਨਾਂ ਦਿਨਾਂ ਦੇ ਵਿੱਚ ਲੋਕ ਖਾਂਦੇ ਪੀਂਦੇ ਅਤੇ ਮਤਵਾਲੇ ਹੁੰਦੇ ਹਨ ਅਤੇ ਉਹ ਉੱਠ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹੁੰਦੇ। Dear child of God, if I say true, ਪਰਮੇਸ਼ਰ ਦੇ ਪਿਆਰੇ ਬੱਚਿਓ, ਜੇਕਰ ਮੈਂ ਸੱਚ ਕਹਾਂ ਤਾਂ, if Lord says true, ਜੇਕਰ ਪ੍ਰਭੂ ਸੱਚ ਕਹਿੰਦੇ ਹਨ ਤਾਂ lift up your hands. ਆਪਣੇ ਹੱਥ ਖੜੇ ਕਰਾਂਗੇ। Whatever Lord told this verse, if it is true, lift up your hands. ਜੇਕਰ ਪ੍ਰਭੂ ਨੇ ਇਸ ਵਚਨ ਦੇ ਵਿੱਚ ਜੋ ਕੁਝ ਕਿਹਾ ਉਹ ਸੱਚ ਹੈ ਤਾਂ ਆਪਣੇ ਹੱਥ ਖੜੇ ਕਰੋ। 100% it is a true happening before our eyes. ਇਹ 100% ਸੱਚ ਹੈ, ਸਾਡੀਆਂ ਅੱਖਾਂ ਦੇ ਸਾਹਮਣੇ ਇਹ ਸਾਰਾ ਕੁਝ ਹੋ ਰਿਹਾ ਹੈ। Nowadays people are eating and drinking and merry and going on enjoying the worldly things. ਇਹਨਾਂ ਦਿਨਾਂ ਵਿੱਚ ਲੋਕ ਖਾਂਦੇ ਪੀਂਦੇ ਆਨੰਦ ਮਨਾਉਂਦੇ ਤੇ ਲਗਾਤਾਰ ਸੰਸਾਰਿਕ ਖੁਸ਼ੀਆਂ ਦਾ ਆਨੰਦ ਮਾਣਦੇ ਰਹਿੰਦੇ ਹਨ। Why God told like that? ਕਿਉਂ ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ? Because coming of the Lord is very nigh. Anytime Lord will appear like a snare. ਕਿਉਂਕਿ ਪ੍ਰਭੂ ਦੀ ਆਮਦ ਬਹੁਤ ਹੀ ਨੇੜੇ ਹੈ। ਪ੍ਰਭੂ ਕਿਸੇ ਵੀ ਸਮੇਂ ਫੰਦੀ ਜਾਂ ਫਾਈ ਦੀ ਤਰ੍ਹਾਂ ਪ੍ਰਗਟ ਹੋ ਸਕਦਾ ਹੈ। Coming of the Lord like a snare only. ਪ੍ਰਭੂ ਦੀ ਆਮਦ ਇੱਕ ਫਾਈ ਦੀ ਤਰ੍ਹਾਂ ਹੈ। So many people not understanding what is a snare. ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਨਹੀਂ ਹੈ ਕਿ ਫੰਦਾ ਜਾਂ ਫਾਈ ਕੀ ਹੁੰਦਾ ਹੈ। Nowadays government and people are show the mercy, not giving the punishment of the snare, otherwise hanging upon the tree. ਇਹਨਾਂ ਦਿਨਾਂ ਦੇ ਵਿੱਚ ਸਰਕਾਰ ਅਤੇ ਲੋਕ ਦਇਆ ਕਰਦੇ ਹਨ ਅਤੇ ਉਸ ਤਰੀਕੇ ਦੇ ਨਾਲ ਲੋਕਾਂ ਨੂੰ ਰੁੱਖ ਦੇ ਉੱਤੇ ਫਾਹ ਦੇ ਕੇ ਨਹੀਂ ਮਾਰਦੇ ਜਾਂ ਫਾਂਸੀ ਦੇ ਕੇ ਨਹੀਂ ਟੰਗਦੇ। In those days, up to I believe Prime Minister Indira Gandhi, I believe that hanging punishment they gave to the people. ਅਤੇ ਮੈਂ ਪੁਰਾਣੇ ਦਿਨਾਂ ਵਿੱਚ ਇੰਦਰਾ ਗਾਂਧੀ ਜੀ ਦੇ ਸਮੇਂ ਤੱਕ ਵਿਸ਼ਵਾਸ ਕਰਦਾ ਹਾਂ ਕਿ ਉਹ ਲੋਕਾਂ ਨੂੰ ਫਾਂਸੀ ਦੇ ਕੇ ਸਜ਼ਾ ਦਿੰਦੇ ਸਨ। What is snare? ਫੰਦਾ ਜਾਂ ਫਾਂਸੀ ਜਾਂ ਫਾਈ ਕੀ ਹੈ? They will government and judge and court will give the punishment. ਸਰਕਾਰ ਕਚਹਿਰੀ ਜਾਂ ਜੱਜ ਜੋ ਸੀ ਉਹ ਇਸ ਤਰ੍ਹਾਂ ਸਜ਼ਾ ਦਿੰਦੇ ਸਨ। Next Monday that person will be hanged. ਅਗਲੇ ਸੋਮਵਾਰ ਇਸ ਵਿਅਕਤੀ ਨੂੰ ਫਾਂਸੀ ਦਿੱਤੀ ਜਾਏਗੀ। So when they bring that person, ਜਦੋਂ ਉਸ ਵਿਅਕਤੀ ਨੂੰ ਲਿਆਉਂਦੇ ਸਨ, make him to stand upon the some stool, some type of the standing stool. ਉਹ ਕਿਸੇ ਤਰ੍ਹਾਂ ਖੜੇ ਸਟੂਲ ਦੇ ਉੱਤੇ ਜਾਂ ਕਿਸੇ ਬੋਰਡ ਦੇ ਉੱਤੇ ਉਸ ਨੂੰ ਖੜਾ ਕਰਦੇ ਸਨ। According the judgment, they will put the hang upon the neck. ਅਤੇ ਸਜ਼ਾ ਦੇ ਅਨੁਸਾਰ ਉਸ ਦੇ ਗਲੇ ਦੇ ਵਿੱਚ ਰੱਸੇ ਦਾ ਬਣਾ ਕੇ ਫਾਈ ਪਾ ਦਿੰਦੇ ਸਨ।
Now, the last moment they will speak to them, to that person. ਆਖਰੀ ਪਲ ਦੇ ਵਿੱਚ ਉਹ ਉਸ ਵਿਅਕਤੀ ਦੇ ਨਾਲ ਇੱਕ ਗੱਲ ਕਰਦੇ ਹਨ। If you have any desire, tell. ਜੇਕਰ ਤੁਹਾਡੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸੋ। So they will tell something. ਉਹ ਕੁਛ ਨਾ ਕੁਛ ਕਹਿਣਗੇ। Anyhow, talking with the talking only. ਅਤੇ ਕਿਸੇ ਵੀ ਤਰ੍ਹਾਂ ਗੱਲ ਦੇ ਨਾਲ Just they will kick, otherwise they remove that stool. ਅਤੇ ਗੱਲ ਕਰਦਿਆਂ ਉਹ ਸਟੂਲ ਨੂੰ ਹਟਾ ਦਿੰਦੇ ਸਨ, ਨਹੀਂ ਤਾਂ ਉਸ ਨੂੰ ਕਿੱਕ ਮਾਰ ਕੇ ਥੱਲੇੋਂ ਕੱਢ ਦਿੰਦੇ ਸਨ। Within 1 minute, that rope of the hanger just catch the neck. Within 1 minute, ਤਾਂ 1 ਮਿੰਟ ਦੇ ਵਿੱਚ ਉਹ ਰੱਸਾ ਜੋ ਗਲ ਦੇ ਵਿੱਚ ਪਾਇਆ ਹੁੰਦਾ ਹੈ ਉਹ ਟਾਈਟ ਹੋ ਜਾਂਦਾ ਹੈ ਤੇ ਉਹ ਬਸ ਉੱਥੇ ਹੀ ਮਰ ਜਾਂਦੇ ਹਨ। within 1 minute. 1 ਮਿੰਟ ਦੇ ਵਿੱਚ। This is Lord compared to the coming of the Lord. ਪ੍ਰਭੂ ਨੇ ਇਸ ਦੀ ਤੁਲਨਾ ਆਪਣੀ ਆਮਦ ਦੇ ਨਾਲ ਕੀਤੀ ਹੈ। Coming of the Lord is like a twinkle of an eye. ਪ੍ਰਭੂ ਦੀ ਆਮਦ ਇੱਕ ਅੱਖ ਦੀ ਚਮਕ ਦੇ ਵਿੱਚ ਹੋਏਗੀ। Like a thunder, how it will start from east to west, like that it will suddenly appear the coming of the Lord. ਜਿਸ ਤਰ੍ਹਾਂ ਆਕਾਸ਼ ਦੀ ਬਿਜਲੀ ਪੂਰਬ ਤੋਂ ਪੱਛਮ ਵੱਲ ਚਮਕਦੀ ਹੈ, ਇਸ ਤਰ੍ਹਾਂ ਅਚਾਨਕ ਪ੍ਰਭੂ ਦੀ ਆਮਦ ਹੋਏਗੀ। Lord compare with coming of the Lord with the snare only. ਪ੍ਰਭੂ ਦੀ ਆਮਦ ਦੀ ਤੁਲਨਾ ਫੰਦੇ ਦੇ ਨਾਲ ਜਾਂ ਫਾਈ ਦੇ ਨਾਲ ਕੀਤੀ ਗਈ ਹੈ। That's why God warning to the every church member that careful, be careful. ਇਸ ਕਰਕੇ ਪ੍ਰਭੂ ਕਲੀਸਿਆ ਦੇ ਹਰੇਕ ਮੈਂਬਰ ਨੂੰ ਚੇਤਾਵਨੀ ਦਿੰਦਾ ਹੈ ਕਿ ਧਿਆਨਪੂਰਵਕ ਰਹੋ। But children of God is not care about that. They are not at all bothered about that. ਪਰ ਪਰਮੇਸ਼ਰ ਦੇ ਬੱਚੇ ਇਸ ਦੇ ਬਾਰੇ ਬਿਲਕੁਲ ਵੀ ਧਿਆਨਪੂਰਵਕ ਨਹੀਂ ਰਹਿੰਦੇ, ਇਸ ਦੀ ਕੋਈ ਚਿੰਤਾ ਨਹੀਂ ਕਰਦੇ। Nothing going to happen, they will feel in their minds. ਉਹ ਆਪਣੇ ਮਨ ਦੇ ਵਿੱਚ ਮਹਿਸੂਸ ਕਰਦੇ ਹਨ ਕਿ ਕੁਝ ਨਹੀਂ ਹੋਣ ਵਾਲਾ। They will eat and drink and sleep like anything. They never pray and get ready for the coming of the Lord. ਉਹ ਖਾਂਦੇ ਪੀਂਦੇ ਮਤਵਾਲੇ ਹੁੰਦੇ ਹਨ ਤੇ ਕਦੇ ਵੀ ਪ੍ਰਭੂ ਦੀ ਆਮਦ ਦੇ ਲਈ ਤਿਆਰ ਹੋਣ ਦੇ ਲਈ ਪ੍ਰਾਰਥਨਾ ਨਹੀਂ ਕਰਦੇ। That's why God warning to everyone. ਇਸੇ ਕਰਕੇ ਪਰਮੇਸ਼ਰ ਹਰੇਕ ਨੂੰ ਚੇਤਾਵਨੀ ਦਿੰਦਾ ਹੈ। Watch and pray. ਜਾਗਦੇ ਤੇ ਪ੍ਰਾਰਥਨਾ ਕਰਦੇ ਰਹੋ। Watch and pray. ਜਾਗਦੇ ਤੇ ਪ੍ਰਾਰਥਨਾ ਕਰਦੇ ਰਹੋ। I don't know when I will come back. ਕਿਉਂਕਿ ਮੈਨੂੰ ਪਤਾ ਨਹੀਂ ਕਿ ਮੈਂ ਕਦੋਂ ਵਾਪਸ ਆਵਾਂਗਾ। You know that even Jesus also do not know what is the time, what is the day of his coming. ਅਤੇ ਤੁਸੀਂ ਜਾਣਦੇ ਹੋ ਕਿ ਇੱਥੋਂ ਤੱਕ ਕਿ ਪ੍ਰਭੂ ਯੀਸ਼ੂ ਮਸੀਹ ਨੂੰ ਵੀ ਆਪਣੇ ਆਉਣ ਦਾ ਦਿਨ ਅਤੇ ਸਮਾਂ ਪਤਾ ਨਹੀਂ ਹੈ। He don't know about the time. ਉਸ ਸਮੇਂ ਦੇ ਬਾਰੇ ਨਹੀਂ ਜਾਣਦੇ। Father will say, go. ਪਿਤਾ ਇੱਕਦਮ ਹੁਕਮ ਦੇਵੇਗਾ ਜਾ। Immediately Lord will come back. ਤੁਰੰਤ ਪ੍ਰਭੂ ਵਾਪਸ ਆਏਗਾ। But what Jesus loved us and gave us so many signs. ਪਰ ਪ੍ਰਭੂ ਯੀਸ਼ੂ ਮਸੀਹ ਨੇ ਸਾਨੂੰ ਪਿਆਰ ਕੀਤਾ ਤੇ ਉਸ ਦੇ ਲਈ ਕਈ ਤਰ੍ਹਾਂ ਦੇ ਨਿਸ਼ਾਨ ਦੱਸੇ ਹਨ। Lord told so many signs to get ready. ਪ੍ਰਭੂ ਨੇ ਤਿਆਰ ਹੋਣ ਦੇ ਲਈ ਬਹੁਤ ਸਾਰੇ ਨਿਸ਼ਾਨ ਦੱਸੇ ਹਨ। Because Father never told to Lord Jesus when he come back. ਕਿਉਂਕਿ ਪਿਤਾ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਇਹ ਕਦੇ ਨਹੀਂ ਦੱਸਿਆ ਕਿ ਉਹ ਕਦੋਂ ਵਾਪਸ ਆਏਗਾ। But he died for us. He shed his precious for us and he saved our soul. ਪਰ ਉਹ ਸਾਡੇ ਲਈ ਮਰ ਗਿਆ, ਉਸਨੇ ਆਪਣਾ ਕੀਮਤੀ ਲਹੂ ਵਹਾਇਆ, ਉਸਨੇ ਸਾਡੀ ਜਾਨ ਨੂੰ ਬਚਾਇਆ। Out of that love only is Lord giving the signs how to get ready for the coming of the Lord. ਅਤੇ ਉਸ ਪਿਆਰ ਦੀ ਵਜ੍ਹਾ ਕਰਕੇ ਹੀ ਪ੍ਰਭੂ ਸਾਨੂੰ ਨਿਸ਼ਾਨ ਦੱਸਦਾ ਹੈ ਕਿ ਕਿਸ ਤਰ੍ਹਾਂ ਪ੍ਰਭੂ ਦੀ ਆਮਦ ਦੇ ਲਈ ਤਿਆਰ ਹੋਣਾ ਹੈ। The earthquakes take place. ਭੂਚਾਲ ਆਉਣਗੇ। And famine will take place. ਅਕਾਲ ਪੈਣਗੇ। Wars news will you hear. ਲੜਾਈਆਂ ਅਤੇ ਲੜਾਈਆਂ ਦੀਆਂ ਆਵਾਜ਼ਾਂ ਹੋਣਗੀਆਂ। And so many backsliding will start in the church. ਕਲੀਸਿਆ ਦੇ ਵਿੱਚ ਬਹੁਤ ਸਾਰੇ ਲੋਕ ਪਿੱਛੇ ਹਟ ਜਾਣਗੇ। So many signs Lord gave in the Bible. ਪ੍ਰਭੂ ਨੇ ਬਾਈਬਲ ਦੇ ਵਿੱਚ ਬਹੁਤ ਸਾਰੇ ਨਿਸ਼ਾਨ ਦੱਸੇ। Dear child of God, because he loved us, he told us that we may get ready, we may not fail. ਪਰਮੇਸ਼ਰ ਦੇ ਪਿਆਰੇ ਬੱਚਿਓ, ਕਿਉਂਕਿ ਪ੍ਰਭੂ ਨੇ ਸਾਨੂੰ ਪਿਆਰ ਕੀਤਾ, ਇਸ ਕਰਕੇ ਸਾਨੂੰ ਦੱਸਿਆ ਤਾਂ ਕਿ ਅਸੀਂ ਤਿਆਰ ਹੋ ਜਾਈਏ, ਅਸੀਂ ਰਹਿ ਨਾ ਜਾਈਏ। But in this place Lord told, ਪਰ ਇਸ ਜਗ੍ਹਾ ਤੇ ਪ੍ਰਭੂ ਨੇ ਦੱਸਿਆ careful. ਧਿਆਨਪੂਰਵਕ ਰਹੋ, ਖਬਰਦਾਰ ਰਹੋ। Coming of the Lord is like a snare. ਕਿਉਂਕਿ ਪ੍ਰਭੂ ਦੀ ਆਮਦ ਇੱਕ ਫਾਈ ਦੀ ਤਰ੍ਹਾਂ ਹੋਏਗੀ। Suddenly it will come. ਅਚਾਨਕ ਉਹ ਆਏਗਾ। So many saints they will caught up in the coming of the Lord. ਬਹੁਤ ਸਾਰੇ ਸੰਤ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਜਾਣਗੇ। But so many people left behind on this earth.
ਪਰ ਬਹੁਤ ਸਾਰੇ ਲੋਕ ਇਸ ਧਰਤੀ ਦੇ ਉੱਤੇ ਪਿੱਛੇ ਛੱਡੇ ਜਾਣਗੇ। That day is a terrible day for the Christians and Pentecostal people. ਉਹ ਦਿਨ ਮਸੀਹੀ ਲੋਕਾਂ ਲਈ ਅਤੇ ਪੰਤੇਕੁਸਤੇ ਲੋਕਾਂ ਲਈ ਬਹੁਤ ਹੀ ਭਿਆਨਕ ਹੋਏਗਾ। Dear child of God, if you left behind, your life will be miserable. It is uncomparable with anything. ਪਰਮੇਸ਼ਰ ਦੇ ਪਿਆਰੇ ਬੱਚਿਓ, ਜੇਕਰ ਤੁਸੀਂ ਪਿੱਛੇ ਛੱਡੇ ਗਏ ਤਾਂ ਤੁਹਾਡਾ ਜੀਵਨ ਬਹੁਤ ਹੀ ਦੁਖਦਾਇਕ ਹੋਏਗਾ, ਜਿਸ ਦੀ ਕਿਸੇ ਚੀਜ਼ ਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। When saints caught up, ਜਦ ਸੰਤ ਉਠਾਏ ਜਾਣਗੇ, immediately Antichrist will appear. ਤੁਰੰਤ ਮਸੀਹ ਵਿਰੋਧੀ ਪ੍ਰਗਟ ਹੋਏਗਾ। And Antichrist will catch you within 1 day or within few time. ਆਏ ਇੱਕ ਹੀ ਦਿਨ ਵਿੱਚ ਨਹੀਂ ਤਾਂ ਥੋੜੇ ਹੀ ਸਮੇਂ ਦੇ ਵਿੱਚ ਮਸੀਹ ਵਿਰੋਧੀ ਤੁਹਾਨੂੰ ਪਕੜ ਲਵੇਗਾ। You can say, Pastor, how can know Antichrist? ਅਤੇ ਉਹ ਤੁਸੀਂ ਕਹਿ ਸਕਦੇ ਹੋ ਕਿ ਪਾਸਟਰ ਜੀ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ। Now, if you are wisdom, understand the truth. ਅਤੇ ਜੇ ਹੁਣ ਤੁਹਾਡੇ ਅੰਦਰ ਬੁੱਧ ਹੈ, ਸਮਝ ਹੈ, ਤਾਂ ਸੱਚਾਈ ਨੂੰ ਜਾਣੋ। All your details, particulars in the computer feeded everywhere. ਕਿਉਂਕਿ ਤੁਹਾਡੇ ਬਾਰੇ ਸਾਰੀ ਵਿਸਥਾਰਪੂਰਵਕ ਜਾਣਕਾਰੀ, ਤੁਹਾਡਾ ਬਾਇਓਡਾਟਾ ਪਹਿਲਾਂ ਹੀ ਕੰਪਿਊਟਰ ਦੇ ਵਿੱਚ ਫੀਡ ਕੀਤਾ ਜਾ ਚੁੱਕਾ ਹੈ, ਸਰਕਾਰ ਕੋਲ ਹੈ। And it is given the Aadhaar card in your hand. ਅਤੇ ਤੁਹਾਡੇ ਹੱਥ ਵਿੱਚ ਆਧਾਰ ਕਾਰਡ ਦਿੱਤਾ ਗਿਆ ਹੈ। There is a code number in the Aadhaar card. ਆਧਾਰ ਕਾਰਡ ਤੇ ਇੱਕ ਕੋਡ ਨੰਬਰ ਵੀ ਹੈ। It will feed in the computer. ਇਹ ਕੰਪਿਊਟਰ ਦੇ ਵਿੱਚ ਫੀਡ ਕੀਤਾ ਗਿਆ ਹੈ। And that computer say, you are belong to such a Bidipur and such a place. And your details will be very clear. ਅਤੇ ਉਸ ਕੰਪਿਊਟਰ ਦੇ ਵਿੱਚ ਤੁਹਾਡੀ ਵਿਸਥਾਰਪੂਰਵਕ ਜਾਣਕਾਰੀ ਪੂਰੀ ਸਪਸ਼ਟ ਹੋਏਗੀ ਕਿ ਤੁਸੀਂ ਬਿਧੀਪੁਰ ਦੇ ਨਾਲ ਫਲਾਣੀ ਜਗ੍ਹਾ ਤੇ ਸੰਬੰਧਿਤ ਹੋ, ਫਲਾਣੇ ਵਿਅਕਤੀ ਹੋ। Your bank account give the number. ਅਤੇ ਤੁਹਾਡਾ ਬੈਂਕ ਅਕਾਊਂਟ ਵੀ ਇਸ ਦੇ ਨਾਲ ਜੋੜਿਆ ਗਿਆ, ਉਹ ਵੀ ਨੰਬਰ ਦੱਸੇਗਾ। Your ration card number will be there. ਉਸ ਦੇ ਵਿੱਚ ਤੁਹਾਡੇ ਰਾਸ਼ਨ ਕਾਰਡ ਦਾ ਨੰਬਰ ਹੋਏਗਾ। School and colleges ID card will be there. ਸਕੂਲ ਕਾਲਜ ਦਾ ID ਕਾਰਡ ਵੀ ਇਸ ਦੇ ਨਾਲ ਅਟੈਚ ਹੋਏਗਾ। In all your family members particular will be in the computer. ਤੁਹਾਡੇ ਪਰਿਵਾਰ ਦੇ ਸਾਰੇ ਜੀਆਂ ਦਾ ਜੋ ਬਾਇਓਡਾਟਾ ਉਹ ਵੀ ਕੰਪਿਊਟਰ ਵਿੱਚ ਹੋਏਗਾ। Antichrist will sit one room and going on touching and opening the things. ਮਸੀਹ ਵਿਰੋਧੀ ਕਮਰੇ ਵਿੱਚ ਬੈਠ ਕੇ ਉਹ ਸਾਰਾ ਕੁਝ ਤੁਹਾਡਾ ਬਾਇਓਡਾਟਾ ਖੋਲ ਦੇਵੇਗਾ। And he will send his servants, otherwise Robert, and send so many army people to cut you. ਉਹ ਆਪਣੇ ਕਰਮਚਾਰੀਆਂ ਨੂੰ ਨਹੀਂ ਤਾਂ ਰਾਬਰਟਸ ਨੂੰ ਨਹੀਂ ਤਾਂ ਆਰਮੀ ਨੂੰ ਤੁਹਾਨੂੰ ਪਕੜਨ ਦੇ ਲਈ ਭੇਜੇਗਾ। Immediately they will come and catch you. ਤੁਰੰਤ ਆ ਕੇ ਉਹ ਤੁਹਾਨੂੰ ਪਕੜ ਲੈਣਗੇ। And you have to caught by the Antichrist. ਅਤੇ ਜਦ ਤੁਸੀਂ ਮਸੀਹ ਵਿਰੋਧੀ ਦੇ ਦੁਆਰਾ ਪਕੜੇ ਜਾਓਗੇ, He will ask one question only. ਉਹ ਕੇਵਲ ਇੱਕ ਸਵਾਲ ਪੁੱਛੇਗਾ। If you believe Jesus, you will be killed. ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਤੁਸੀਂ ਮਾਰੇ ਜਾਓਗੇ। If you leave the Lord Jesus, ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਛੱਡ ਦਿਓਗੇ, ਉਸ ਦਾ ਇਨਕਾਰ ਕਰ ਦਿਓਗੇ, you will take the 666 number upon your forehead, upon your hand. ਨਹੀਂ ਤਾਂ ਫਿਰ ਤੁਹਾਨੂੰ 666 ਦੀ ਮੋਹਰ ਆਪਣੇ ਮੱਥੇ ਤੇ ਨਹੀਂ ਤਾਂ ਆਪਣੇ ਸੱਜੇ ਹੱਥ ਤੇ ਲਗਵਾਉਣੀ ਪਏਗੀ। Then only you will get the ration, then only you will get the some food. ਅਤੇ ਫਿਰ ਹੀ ਤੁਹਾਨੂੰ ਰਾਸ਼ਨ ਮਿਲੇਗਾ ਅਤੇ ਕੁਝ ਭੋਜਨ ਮਿਲੇਗਾ। If you say, no, I don't want that number. ਤੇ ਜੇ ਤੁਸੀਂ ਕਹੋਗੇ ਕਿ ਨਹੀਂ ਮੈਨੂੰ ਇਹ ਨੰਬਰ ਨਹੀਂ ਚਾਹੀਦਾ, 666 ਦਾ ਨੰਬਰ ਨਹੀਂ ਚਾਹੀਦਾ, No, I love Jesus, I want to live for Jesus. ਨਹੀਂ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਰ ਕਰਦਾ ਹਾਂ, ਮੈਂ ਪ੍ਰਭੂ ਯੀਸ਼ੂ ਮਸੀਹ ਦੇ ਲਈ ਜੀਣਾ ਚਾਹੁੰਦਾ ਹਾਂ। Nowadays only so many people, they are not giving the testimony about Jesus. They are hiding themselves if the people will caught them and do something harm. ਇਹਨਾਂ ਦਿਨਾਂ ਦੇ ਵਿੱਚ ਹੀ ਲੋਕ ਪ੍ਰਭੂ ਯੀਸ਼ੂ ਮਸੀਹ ਦੇ ਬਾਰੇ ਗਵਾਹੀ ਨਹੀਂ ਦਿੰਦੇ, ਉਹ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਜੇਕਰ ਉਹ ਗਵਾਹੀ ਦੇਣਗੇ ਲੋਕ ਉਹਨਾਂ ਨੂੰ ਪਕੜ ਲੈਣਗੇ ਜਾਂ ਉਹਨਾਂ ਦਾ ਨੁਕਸਾਨ ਕਰਨਗੇ। No, I will live for Jesus. ਨਹੀਂ ਮੈਂ ਪ੍ਰਭੂ ਯੀਸ਼ੂ ਮਸੀਹ ਲਈ ਜੀਵਾਂਗਾ। Immediately they will start to persecute you. ਤਾਂ ਉਹ ਤੁਰੰਤ ਤੁਹਾਨੂੰ ਸਤਾਉਣਾ ਸ਼ੁਰੂ ਕਰਨਗੇ। They will cut, first of all, they will cut one hand. ਸਭ ਤੋਂ ਪਹਿਲਾਂ ਇੱਕ ਬਾਂਹ ਕੱਟ ਦੇਣਗੇ। Asking them, are you leave the Jesus, otherwise you want to die.
ਇੱਕ ਹੱਥ ਕੱਟ ਕੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਪ੍ਰਭੂ ਯੀਸ਼ੂ ਮਸੀਹ ਦਾ ਇਨਕਾਰ ਕਰੋਗੇ ਜਾਂ ਉਸ ਦੇ ਲਈ ਜੀ ਕੇ ਮਰਨਾ ਚਾਹੋਗੇ। No, I love Jesus. ਤਾਂ ਜੇ ਤੁਸੀਂ ਫਿਰ ਕਹੋਗੇ ਕਿ ਨਹੀਂ ਮੈਂ ਪ੍ਰਭੂ ਯੀਸ਼ੂ ਮਸੀਹ ਨੂੰ ਪਿਆਰ ਕਰਦਾ, They will cut another hand. ਫਿਰ ਉਹ ਤੁਹਾਡੀ ਦੂਜੀ ਬਾਂਹ ਵੀ ਕੱਟ ਦੇਣਗੇ। Dear child of God, ਪਰਮੇਸ਼ਰ ਦੇ ਪਿਆਰੇ ਬੱਚਿਓ, that Antichrist soldiers will be kill you and persecute you and make you pieces in your life. ਜਦ ਮਸੀਹ ਵਿਰੋਧੀ ਦੇ ਤੁਹਾਨੂੰ ਸਿਪਾਹੀ ਸਤਾਣਗੇ, ਤੁਹਾਨੂੰ ਕੱਟਣਗੇ, ਤੁਹਾਡੇ ਟੁਕੜੇ ਟੁਕੜੇ ਕਰਨਗੇ ਤੇ ਤੁਹਾਨੂੰ ਮਾਰਨਗੇ, You will be persecuted. ਤੁਸੀਂ ਸਤਾਏ ਜਾਓਗੇ। So many saw the dream and vision also. ਬਹੁਤ ਸਾਰੇ ਲੋਕਾਂ ਨੇ ਉਸ ਦੇ ਲਈ ਦਰਸ਼ਨ ਵੀ ਦੇਖਿਆ। And especially the Antichrist people, soldiers will persecute the sisters horribly, unbearably. ਤੇ ਖਾਸ ਕਰਕੇ ਮਸੀਹ ਵਿਰੋਧੀ ਦੇ ਸਿਪਾਹੀ ਜੋ ਸਿਸਟਰਸ ਦੀ ਇੱਕ ਸੁਤਾ ਹੈ, ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਸਹਿਣ ਤੋਂ ਬਾਹਰ ਹੋਏਗੀ ਜੋ ਸਤਾ ਉਹਨਾਂ ਦੇ ਲਈ ਹੋਏਗਾ। They will kill them. ਉਹਨਾਂ ਨੂੰ ਮਾਰ ਦੇਣਗੇ। They have so many things written in the one of the group in the world in the India. ਭਾਰਤ ਦੇ ਵਿੱਚ, ਸੰਸਾਰ ਦੇ ਵਿੱਚ ਇੱਕ ਗਰੁੱਪ ਹੈ, ਉਹਨਾਂ ਨੇ ਇਹ ਬਹੁਤ ਸਾਰੀਆਂ ਗੱਲਾਂ ਲਿਖ ਕੇ ਇੱਕ ਸੂਚੀ ਬਣਾਈ ਹੋਈ ਹੈ। They will persecute you. ਉਹ ਤੁਹਾਨੂੰ ਇਸ ਤਰ੍ਹਾਂ ਸਤਾਣਗੇ। They will rape and they will sin with so many people. ਉਹ ਬਹੁਤ ਸਾਰੇ ਲੋਕਾਂ ਦੇ ਨਾਲ ਪਾਪ ਕਰਨਗੇ, ਬਲਾਤਕਾਰ ਕਰਨਗੇ। If you want to know the truth that in Manipur happened, what happened in the Manipur, it will happen everywhere. ਜੇਕਰ ਤੁਸੀਂ ਸੱਚਾਈ ਨੂੰ ਜਾਣਨਾ ਚਾਹੁੰਦੇ ਹੋ ਤਾਂ ਜੋ ਕੁਝ ਮਨੀਪੁਰ ਦੇ ਵਿੱਚ ਹੋਇਆ ਉਹ ਹਰੇਕ ਜਗ੍ਹਾ ਤੇ ਹੋਏਗਾ। Dear child of God, why I'm telling all these things? ਪਰਮੇਸ਼ਰ ਦੇ ਪਿਆਰੇ ਬੱਚਿਓ, ਮੈਂ ਕਿਉਂ ਇਹ ਸਾਰੀਆਂ ਗੱਲਾਂ ਦੱਸ ਰਿਹਾ ਹਾਂ? If you are going to in the hands of the Antichrist, you will be die as a martyr. ਜੇ ਤੁਸੀਂ ਮਸੀਹ ਵਿਰੋਧੀ ਦੇ ਹੱਥ ਵਿੱਚ ਚਲੇ ਗਏ ਤਾਂ ਤੁਹਾਨੂੰ ਸ਼ਹੀਦ ਹੋ ਕੇ ਮਰਨਾ ਪਏਗਾ। That's why, beloved Lord, going on giving the warning to everyone, watch and pray. ਇਸੇ ਕਰਕੇ ਪਿਆਰੇ ਪ੍ਰਭੂ ਯੀਸ਼ੂ ਮਸੀਹ ਹਰੇਕ ਜਗ੍ਹਾ ਤੇ ਹਰੇਕ ਵਿਅਕਤੀ ਨੂੰ ਚੇਤਾਵਨੀ ਦੇ ਰਹੇ ਹਨ, ਬਾਰ-ਬਾਰ ਚੇਤਾਵਨੀ ਦਿੰਦੇ ਹਨ, ਜਾਗਦੇ ਤੇ ਪ੍ਰਾਰਥਨਾ ਕਰਦੇ ਰਹੋ, ਜਾਗਦੇ ਤੇ ਪ੍ਰਾਰਥਨਾ ਕਰਦੇ ਰਹੋ। When your Lord is coming, you do not know. ਕਿਉਂਕਿ ਤੁਹਾਡਾ ਪ੍ਰਭੂ ਕਦੋਂ ਆਏਗਾ ਤੁਸੀਂ ਨਹੀਂ ਜਾਣਦੇ। So get ready for that. ਇਸ ਕਰਕੇ ਉਸ ਦੇ ਲਈ ਤਿਆਰ ਹੋ ਜਾਓ। Now I tell five points. ਹੁਣ ਮੈਂ ਤੁਹਾਨੂੰ 5 ਵਿਸ਼ੇ ਦੱਸਾਂਗਾ। If you want required to caught up in the coming of the Lord, what are the things you required in your life? ਜੇਕਰ ਤੁਸੀਂ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਡੇ ਜੀਵਨ ਵਿੱਚ ਚਾਹੀਦੀਆਂ ਹਨ? If you these 5 things you practice, you will caught up in the coming of the Lord. ਜੇਕਰ ਇਹਨਾਂ 5 ਗੱਲਾਂ ਦਾ ਤੁਸੀਂ ਆਪਣੇ ਜੀਵਨ ਦੇ ਵਿੱਚ ਅਭਿਆਸ ਕਰੋਗੇ ਤਾਂ ਤੁਸੀਂ ਪ੍ਰਭੂ ਯੀਸ਼ੂ ਮਸੀਹ ਦੀ ਆਮਦ ਦੇ ਵਿੱਚ ਉਠਾਏ ਜਾਓਗੇ। First of all, you read the 1 Timothy 2nd chapter 2nd verse. ਸਭ ਤੋਂ ਪਹਿਲਾਂ ਪੜਾਂਗੇ ਪਹਿਲਾ ਤਿਮੋਥੀਉਸ 2 ਅਧਿਆਇ 2 ਵਚਨ। ਪਾਤਸ਼ਾਹ ਅਤੇ ਸਭਨਾ ਮਰਾਤਬੇ ਵਾਲਿਆਂ ਦੇ ਲਈ ਭਈ ਅਸੀਂ ਪੂਰੀ ਭਗਤੀ ਅਤੇ ਗੰਭੀਰਤਾਈ ਵਿੱਚ ਚੈਨ ਅਤੇ ਸੁੱਖ ਨਾਲ ਉਮਰ ਭੋਗੀਏ। 4th chapter 7th verse. ਚੌਥਾ ਅਧਿਆਇ 7 ਵਚਨ। ਪਰ ਗੰਦੀਆਂ ਅਤੇ ਬੁੱਢੀਆਂ ਵਾਲੀਆਂ ਕਹਾਣੀਆਂ ਵੱਲੋਂ ਮੂੰਹ ਮੋੜ ਅਤੇ ਭਗਤੀ ਨਾਲ ਆਪ ਸਾਧਨਾ ਕਰ। But refuse profane and overwise fable, and exercise thyself rather unto godliness. 2 Timothy 3rd chapter 5th verse. ਦੂਜਾ ਤਿਮੋਥੀਉਸ 3 ਅਧਿਆਇ 5 ਵਚਨ। ਭਗਤੀ ਦਾ ਰੂਪ ਧਾਰ ਕੇ ਵੀ ਉਹਦੀ ਸ਼ਕਤੀ ਦੇ ਇਨਕਾਰੀ ਹੋਣਗੇ, ਤੂੰ ਇਹਨਾਂ ਤੋਂ ਵੀ ਪਰੇ ਰਹਿ। Having a form of godliness, but denying the power thereof, from such turn away. Titus 1st chapter 1st verse. ਤੀਤੁਸ ਦੀ ਪੱਤਰੀ ਪਹਿਲਾ ਅਧਿਆਇ ਪਹਿਲਾ ਵਚਨ। ਲਿਖਤਮ ਪਲੂਸ ਜੋ ਪਰਮੇਸ਼ਰ ਦਾ ਦਾਸ ਅਤੇ ਪਰਮੇਸ਼ਰ ਦੀਆਂ ਚੁਣਿਆ ਹੋਇਆਂ ਦੀ ਨਿਸ਼ਚਾ ਦੇ ਨਿਮਿਤ ਔਰ ਸਤ ਦੀ ਉਸ ਸਿਆਣ ਦੇ ਨਿਮਿਤ ਜੋ ਭਗਤੀ ਦੇ ਅਨੁਸਾਰ ਹੈ ਯੀਸ਼ੂ ਮਸੀਹ ਦਾ ਰਸੂਲ ਹਾਂ। If you want to rapture in the coming of the Lord, ਜੇ ਤੁਸੀਂ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਜਾਣਾ ਚਾਹੁੰਦੇ ਹੋ, we need the godly life on this earth. ਸਾਨੂੰ ਇਸ ਧਰਤੀ ਦੇ ਉੱਤੇ ਭਗਤੀ ਵਾਲਾ ਜੀਵਨ ਚਾਹੀਦਾ ਹੈ। Without godliness, you never caught up in the coming of the Lord. ਬਿਨਾਂ ਭਗਤੀ ਤੋਂ ਤੁਸੀਂ ਕਦੇ ਵੀ ਪ੍ਰਭੂ ਦੀ ਆਮਦ ਦੇ ਵਿੱਚ ਉਠਾਏ ਨਹੀਂ ਜਾ ਸਕਦੇ। But 2 Timothy and Paul write that outwardly they will show
godliness. ਪਰ ਦੂਜੇ ਤਿਮੋਥੀਅਸ ਦੇ ਵਿੱਚ ਸੰਤ ਪੌਲਸ ਲਿਖਦੇ ਹਨ ਕਿ ਉਹ ਬਾਹਰੀ ਤੌਰ ਤੇ ਤਾਂ ਭਗਤੀ ਦਾ ਰੂਪ ਦਿਖਾਉਂਦੇ ਹਨ, That type of the godliness they will put on and show. ਉਹ ਬਾਹਰੀ ਤੌਰ ਤੇ ਭਗਤੀ ਦਾ ਰੂਪ ਧਾਰ ਕੇ ਦਿਖਾਣਗੇ। Like that now Pentecost change to showing themselves as a godly people. ਤੇ ਇਸੇ ਤਰ੍ਹਾਂ ਹੁਣ ਪੰਤੇਕੁਸਤ ਦੇ ਲੋਕ ਵੀ ਬਦਲ ਗਏ ਹਨ, ਉਹ ਆਪਣੇ ਆਪ ਨੂੰ ਇਸ ਤਰ੍ਹਾਂ ਭਗਤੀ ਦਾ ਰੂਪ ਧਾਰ ਕੇ ਦਿਖਾਉਂਦੇ ਹਨ। Outwardly godliness will fail you and destroy you. ਬਾਹਰੀ ਤੌਰ ਤੇ ਜੋ ਭਗਤੀ ਦਾ ਰੂਪ ਹੈ ਇਹ ਤੁਹਾਨੂੰ ਪਰਾਜਿਤ ਕਰ ਦੇਗਾ, ਨਹੀਂ ਤਾਂ ਨਾਸ਼ ਕਰ ਦੇਗਾ। God expecting from us that we must live a godly life on this earth. ਪਰਮੇਸ਼ਰ ਸਾਡੇ ਤੋਂ ਉਮੀਦ ਕਰਦਾ ਹੈ ਕਿ ਅਸੀਂ ਇਸ ਧਰਤੀ ਤੇ ਭਗਤੀ ਵਾਲਾ ਜੀਵਨ ਬਤੀਤ ਕਰਨੇ ਚਾਹੀਦੇ ਹਨ। If you are not having the godly life, then there is no hope of the coming of the Lord. ਜੇ ਤੁਹਾਡੇ ਜੀਵਨ ਦੇ ਵਿੱਚ ਭਗਤੀ ਵਾਲਾ ਜੀਵਨ ਨਹੀਂ ਹੈ ਤਾਂ ਪ੍ਰਭੂ ਦੀ ਆਮਦ ਦੇ ਲਈ ਤੁਹਾਡੇ ਜੀਵਨ ਦੇ ਵਿੱਚ ਕੋਈ ਆਸ ਨਹੀਂ ਹੋ ਸਕਦੀ। Outwardly you can show that I am a Pentecost and I am living a godly life. ਬਾਹਰੀ ਤੌਰ ਤੇ ਤੁਸੀਂ ਦਿਖਾ ਸਕਦੇ ਹੋ ਕਿ ਮੈਂ ਪੰਤੇਕੁਸਤ ਦਾ ਵਿਅਕਤੀ ਹਾਂ ਤੇ ਮੈਂ ਭਗਤੀ ਵਾਲਾ ਜੀਵਨ ਬਤੀਤ ਕਰਦਾ ਹਾਂ। That is a hypocritical life doing so many Christian on this earth. ਤੇ ਇਹ ਇੱਕ ਕਪਟੀ ਜੀਵਨ ਹੈ ਜੋ ਬਹੁਤ ਸਾਰੇ ਮਸੀਹੀ ਇਸ ਧਰਤੀ ਤੇ ਜੀਵਨ ਬਤੀਤ ਕਰਦੇ ਹਨ। So many workers and believers also showing their outwardly godliness, but there is no power. There is no power in their life. ਬਹੁਤ ਸਾਰੇ ਸੇਵਕ ਅਤੇ ਵਿਸ਼ਵਾਸੀ ਵੀ ਬਾਹਰੀ ਤੌਰ ਤੇ ਭਗਤੀ ਦਾ ਰੂਪ ਦਿਖਾਉਂਦੇ ਹਨ ਪਰ ਕੋਈ ਉਹਨਾਂ ਦੇ ਜੀਵਨ ਵਿੱਚ ਸਮਰੱਥਾ ਨਹੀਂ ਹੈ। What is the sign of the real godliness? ਅਸਲੀ ਭਗਤੀ ਦਾ ਨਿਸ਼ਾਨ ਕੀ ਹੈ? There is a power, inner power in their life. ਤੇ ਇੱਕ ਸਮਰੱਥਾ ਹੈ, ਉਹ ਸਮਰੱਥਾ ਉਹਨਾਂ ਦੇ ਜੀਵਨ ਵਿੱਚ ਦਿਖਾਈ ਦੇਵੇਗੀ। If they pray, God will do the miracle. ਜੇਕਰ ਉਹ ਪ੍ਰਾਰਥਨਾ ਕਰਨਗੇ ਤਾਂ ਪਰਮੇਸ਼ਰ ਚਮਤਕਾਰ ਕਰੇਗਾ। If they praise God, God will show so many things. ਜੇਕਰ ਉਹ ਪਰਮੇਸ਼ਰ ਦੀ ਤਾਰੀਫ ਕਰਨਗੇ ਤਾਂ ਪਰਮੇਸ਼ਰ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਦਿਖਾਏਗਾ। If they have the godly life, the power of God work through them. ਜੇਕਰ ਉਹਨਾਂ ਦਾ ਭਗਤੀ ਵਾਲਾ ਜੀਵਨ ਹੈ ਤਾਂ ਪਰਮੇਸ਼ਰ ਦੀ ਸਮਰੱਥਾ ਜਾਂ ਸ਼ਕਤੀ ਉਹਨਾਂ ਦੇ ਰਾਹੀਂ ਕੰਮ ਕਰੇਗੀ। According to John 9 chapter 31 verse. ਯਹੂਨਾ ਦੀ ਇੰਜੀਲ 9 ਅਧਿਆਇ 31 ਵਚਨ ਦੇ ਅਨੁਸਾਰ If you have the godly life, God will hear your prayer. ਜੇਕਰ ਤੁਹਾਡਾ ਭਗਤੀ ਵਾਲਾ ਜੀਵਨ ਹੈ, ਤੁਸੀਂ ਭਗਤ ਹੋ ਤਾਂ ਪਰਮੇਸ਼ਰ ਤੁਹਾਡੀ ਪ੍ਰਾਰਥਨਾ ਨੂੰ ਸੁਣੇਗਾ। This is a sign of the godliness. ਇਹ ਭਗਤੀ ਦਾ ਨਿਸ਼ਾਨ ਹੈ। They have the power in their life. ਉਹਨਾਂ ਦੇ ਜੀਵਨ ਵਿੱਚ ਪਰਮੇਸ਼ਰ ਦੀ ਸ਼ਕਤੀ ਹੈ But outwardly they never show the godliness, but innerly they show the power of God. ਉਹ ਬਾਹਰੀ ਰੂਪ ਤੇ ਆਪਣਾ ਭਗਤੀ ਦਾ ਰੂਪ ਨਹੀਂ ਦਿਖਾਣਗੇ ਪਰ ਅੰਦਰ ਉਹਨਾਂ ਦੇ ਪਰਮੇਸ਼ਰ ਦੀ ਸ਼ਕਤੀ ਕੰਮ ਕਰਦੀ ਦਿਖਾਈ ਦੇਵੇਗੀ। This morning examine ourselves. Are you having the godliness in your life? ਅੱਜ ਸਵੇਰ ਦੇ ਸਮੇਂ ਆਪਣੇ ਜੀਵਨ ਨੂੰ ਜਾਂਚ ਕੇ ਵੇਖੋ ਕੀ ਤੁਹਾਡੇ ਜੀਵਨ ਦੇ ਵਿੱਚ ਭਗਤੀ ਹੈ। If you have the godliness, you will be saved by Lord and caught up in the coming of the Lord. ਜੇਕਰ ਤੁਹਾਡੇ ਜੀਵਨ ਦੇ ਵਿੱਚ ਭਗਤੀ ਹੈ ਤੁਸੀਂ ਪ੍ਰਭੂ ਦੇ ਕੋਲੋਂ ਵੱਲੋਂ ਬਚਾਏ ਜਾਓਗੇ ਤੇ ਉਸ ਦੀ ਆਮਦ ਦੇ ਵਿੱਚ ਉਠਾਏ ਜਾਓਗੇ। Saint Peter also telling the same thing. 2 Peter 3rd chapter, I think 12 or 14. ਦੂਜਾ ਪਤਰਸ ਤੀਜਾ ਅਧਿਆਇ 12 ਨਹੀਂ ਤਾਂ 14 ਵਚਨ ਦੇ ਵਿੱਚ ਸੰਤ ਪਤਰਸ ਵੀ ਇਹੀ ਗੱਲ ਕਹਿੰਦੇ ਹਨ। ਅਤੇ ਦੂਜਾ ਤੀਜਾ 11 ਜਦੋਂ ਇਹ ਸਭੇ ਅਵਸਥਾ ਇਉਂ ਟਲ ਜਾਣ ਵਾਲੀਆਂ ਹਨ ਤਾਂ ਤੁਹਾਨੂੰ ਹਰ ਪ੍ਰਕਾਰ ਦੇ ਪਵਿੱਤਰ ਚੱਲਣ ਅਤੇ ਭਗਤੀ ਵਿੱਚ ਕਿਹੋ ਜਿਹੇ ਹੋਣਾ ਚਾਹੀਦਾ ਹੈ।